लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਤੇ ਬਿਨ ਸ਼ਬਦ ਹੈ ਭਰਮਾਈ ਹੈ। ਤੇ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਸ਼ਬਦ ਤੋਂ ਬਿਨਾ, ਸੱਚ ਤੋਂ ਬਿਨਾ ਫਿਰ ਇਹ ਜੀਵ ਡੋਲਦਾ ਹੈ, ਭਰਮਾਂ ਵਿੱਚ ਪੈ ਜਾਂਦਾ ਹੈ। ਦੁਬਦਾ ਡੋਬੇ ਪੂਰ, ਦੁਬਦਾ ਨੇ ਤਾਂ ਪੂਰਾ ਦੇ ਪੂਰ ਡੋਬ ਦਿੱਤੇ। ਕਿੰਨੇ ਹੀ ਲੋਕ ਦੁਬਦਾ ਵਿੱਚ ਡੁੱਬ ਗਏ, ਪਤਾ ਹੀ ਨਹੀਂ ਲੱਗਿਆ ਅੱਜ ਤੱਕ ਇੰਝ ਹੋਣਾ ਚਾਹੀਦਾ ਸੀ ਕਿ ਨਹੀਂ, ਕਰੀਏ ਕਿ ਨਾ ਕਰੀਏ। ਇਹ ਆਮ ਕਰਕੇ ਜਿਹੜੇ ਵਿਦਵਾਨ ਨੇ, ਸਿਆਣੇ ਪੁਰਸ਼ ਨੇ, ਉਹ ਕਹਿੰਦੇ ਨੇ ਕਿ ਸਾਡੇ ਸਰੀਰ ਅੰਦਰ ਚੰਗੇ ਜਾਂ ਮਾੜੇ ਵਿਚਾਰ ਉਪਜਦੇ ਰਹਿੰਦੇ ਨੇ। ਚੰਗੇ ਵੀ ਉਪਜਦੇ ਨੇ, ਮਾੜੇ ਵੀ ਉਪਜਦੇ ਨੇ। ਤਾਂ ਸਿਆਣੇ ਬਜ਼ੁਰਗ ਇਹ ਗੱਲ ਕਹਿੰਦੇ ਨੇ ਕਿ ਜਦੋਂ ਸਾਡੇ ਅੰਦਰ ਚੰਗਾ ਵਿਚਾਰ ਉਪਜਦਾ ਕੋਈ, ਉਹਨੂੰ ਉਸੇ ਵੇਲੇ ਕਰ ਦੇਣਾ ਚਾਹੀਦਾ ਹੈ। ਤੇ ਜਦੋਂ ਭੈੜਾ ਵਿਚਾਰ ਉਪਜੇ ਤਾਂ ਟਾਲ ਦਿਓ, ਕੋਸ਼ਿਸ਼ ਕਰੋ ਕਿ ਟਲ ਜਾਏ, ਹੋਰ ਪਾਸੇ ਧਿਆਨ ਲਾ ਦਿਓ ਤਾਂ ਕਿ ਮਨ ਉਧਰ ਨੂੰ ਜਾਵੇ ਨਾ। ਇੱਥੇ ਹੁਣ ਗੁਰੂ ਨਾਨਕ ਕਹਿੰਦੇ ਬਿਨ ਸ਼ਬਦ ਹੈ ਭਰਮਾਈ ਹੈ। ਗੁਰੂ ਦੇ ਸ਼ਬਦ ਤੋਂ ਬਿਨਾ, ਸੱਚ ਤੋਂ ਬਿਨਾ, ਵਿਚਾਰ ਤੋਂ ਬਿਨਾ ਭਰਮਦਾ ਹੈ, ਭੁਲੇਖਿਆਂ ਵਿੱਚ ਹੈ। ਇਸ ਕਰਕੇ ਦੁਬਦਾ ਵਿੱਚ ਪੈ ਕੇ ਪੂਰਾ ਦੇ ਪੂਰ ਡੁੱਬ ਗਏ। ਦੁਬਦਾ ਡੋਬੇ ਪੂਰ ਮਨ ਰੇ, ਸ਼ਬਦ ਤਰੋ ਚਿਤ ਲਾਏ। ਐ ਮਨਾ, ਜੇ ਤੂੰ ਇਸ ਸੰਸਾਰ ਸਾਗਰ ਨੂੰ ਤਰਨਾ ਚਾਹੁੰਦਾ ਹੈ ਤਾਂ ਗੁਰੂ ਦੇ ਸ਼ਬਦ ਦੁਆਰਾ ਤਰਿਆ ਜਾ ਸਕਦਾ ਹੈ। ਇਸ ਕਰਕੇ ਚਿੱਤ ਲਾਏ ਕਹਿੰਦੇ ਨੇ। ਚਿੱਤ ਕੀ ਹੈ? ਚੇਤਨਤਾ। ਧਿਆਨ ਲਾ ਕੇ ਗੁਰੂ ਦੇ ਸ਼ਬਦ ਨੂੰ ਪੜ੍ਹ, ਵਿਚਾਰ ਕਰ, ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਜਿਨ ਗੁਰਮੁਖ ਨਾਮ ਨਾ ਬੁੱਝਿਆ, ਜਿਨ੍ਹਾਂ ਨੇ ਗੁਰੂ ਵਾਲਾ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ ਇਸ ਨਾਮ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ। ਔਰ ਬੜੀ ਹੈਰਾਨੀ ਹੁੰਦੀ ਇਸ ਗੱਲ ਦੀ, ਅਸੀਂ ਇੰਨਾ ਕੁਝ ਜਾਣ ਕੇ ਹੋਏ ਵੀ, ਉੱਪਰ ਦੱਸ ਆਏ ਨੇ ਮਹਾਰਾਜ ਕੇ ਜਾਣ ਅਜਾਣ, ਜਾਣਦਿਆਂ ਹੋਇਆਂ ਅਸੀਂ ਅਣਜਾਣ ਬਣ ਗਏ। ਅਸੀਂ ਅਜੇ ਵੀ ਪੜ੍ਹਦੇ ਪਏ ਹਾਂ, ਅਸੀਂ ਬਾਣੀ ਨੂੰ ਪੜ੍ਹਨ ਤੋਂ ਬਾਅਦ ਵੀ, ਵਿਚਾਰਨ ਤੋਂ ਬਾਅਦ ਵੀ ਅਜੇ ਵੀ ਲੱਭਦੇ ਹਾਂ ਕਿ ਗੁਰੂ ਅਜੇ ਕੋਈ ਹੋਰ ਆਏਗਾ। ਅਜੇ ਅਸੀਂ ਹੋਰ ਬੰਦਾ ਲੱਭਦੇ ਪਏ ਵੀ ਸ਼ਾਇਦ ਕੋਈ ਸਾਡੇ ਸਿਰ ਤੇ ਆ ਕੇ ਹੱਥ ਰੱਖ ਦੇਗਾ। ਇੱਥੇ ਪਟਿਆਲਾ ਦੇ ਵਿੱਚ ਭਾਈ ਗੁਰਮੁਖ ਸਿੰਘ ਹੋਏ ਨੇ, ਬੜੇ ਵਿਦਵਾਨ ਹੋਏ ਨੇ। ਜੱਸਾ ਸਿੰਘ ਜੋ ਹੈ ਡੇਰਾ, ਉੱਥੇ ਹੋਏ ਨੇ। ਉਹਨਾਂ ਦੀ ਮੈਂ ਜੀਵਨੀ ਪੜ੍ਹੀ। ਉਹ ਜਦੋਂ ਸਰੀਰ ਨੂੰ ਛੱਡਣ ਲੱਗੇ ਤਾਂ ਲੋਕ ਇਕੱਠੇ ਹੋ ਕੇ ਉਹਨਾਂ ਕੋਲ ਗਏ ਕਿ ਮਹਾਰਾਜ ਤੁਸੀਂ ਕਿਸੇ ਦੇ ਸਿਰ ਤੇ ਹੱਥ ਰੱਖ ਦਿਓ ਤਾਂ ਕਿ ਇਹ ਡੇਰਾ ਚੱਲਦਾ ਰਹੇ। ਬੜੀ ਵਧੀਆ ਗੱਲ ਲਿਖੀ ਉਹਨਾਂ ਨੇ। ਕਹਿੰਦੇ ਵੀ ਜੇ ਕੋਈ ਪਹਿਲਵਾਨ ਕਿਸੇ ਮਾੜੇ ਜਿਹੇ ਬੰਦੇ ਉੱਤੇ ਹੱਥ ਰੱਖ ਦੇ, ਉਹ ਪਹਿਲਵਾਨ ਨਹੀਂ ਬਣਨ ਲੱਗਾ। ਜੇ ਕੋਈ ਡਾਕਟਰ ਕਿਸੇ ਸਿਰ ਦੇ ਉੱਤੇ ਹੱਥ ਰੱਖ ਦੇਗਾ, ਉਹ ਡਾਕਟਰ ਨਹੀਂ ਬਣਨ ਲੱਗਾ। ਇਹ ਵਸਤੂ ਮੈਂ ਗੁਰੂ ਨਾਨਕ ਦੇ ਘਰ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਪ੍ਰਾਪਤ ਕੀਤੀ ਸੀ। ਇੱਥੇ ਰੱਖ ਚੱਲਿਆ। ਜਿਹੜਾ ਕੋਈ ਇਹ ਬਣੇਗਾ ਉਹ ਲੈ ਲਏਗਾ, ਕਿਉਂਕਿ ਮਿਹਨਤ ਤੇ ਕਰਨੀ ਪਏਗੀ, ਮਿਹਨਤ ਕਰਨੀ ਪਏਗੀ। ਕੋਈ ਇਹ ਵਸਤੂ ਦੁਨੀਆ ਦੀ ਵਸਤੂ ਤੇ ਹੈ ਹੀ ਨਹੀਂ ਵੀ ਧਨ ਸੀਗਾ ਜੀ 10 ਲੱਖ ਰੁਪਈਆ ਮੈਂ ਜਾਂਦਾ ਹੋਇਆ ਤੁਹਾਨੂੰ ਫੜਾ ਗਿਆ। ਇਹ ਉਹ ਚੀਜ਼ ਨਹੀਂ। ਨਾਮ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ। ਜੋ ਪ੍ਰਮਾਤਮਾ ਦੇ ਗੁਣ ਨੇ ਕਿ ਪ੍ਰਮਾਤਮਾ ਦਿਆਲੂ ਹੈ, ਕਿਰਪਾਲੂ ਹੈ, ਮਿੱਠ ਬੋਲੜਾ ਹੈ, ਔਗਣ ਨਹੀਂ ਚਦਾਰਦਾ, ਬਖਸ਼ੰਦ ਹੈ। ਜੇਕਰ ਉਹ ਗੁਣ ਸਾਡੇ ਵਿੱਚ ਨਹੀਂ, ਅਸੀਂ ਨਾਮ ਨਹੀਂ ਜਪ ਰਹੇ ਤੇ ਮਹਾਰਾਜ ਬਾਣੀ ਚ ਕਹਿੰਦੇ ਨੇ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋਏਗਾ, ਰੋਟੀ ਰੋਟੀ ਕਹਿਣ ਨਾਲ ਭੁੱਖ ਨਹੀਂ ਮਿਟੇਗੀ। ਹਾਂ, ਉਹਦੇ ਗੁਣਾਂ ਨੂੰ ਧਾਰਨ ਕਰਨਾ ਪਏਗਾ। ਬੜੀ ਹੈਰਾਨੀ ਹੋਈ ਮੈਨੂੰ ਇਸ ਚੀਜ਼ ਦੀ ਜਦੋਂ ਮੈਂ ਪੜ੍ਹਿਆ ਬਾਣੀ, ਜਾਣਿਆ ਕਿ ਇਸ ਸੰਸਾਰ ਤੇ ਇੱਕੋ ਇੱਕ ਜੀਵ ਹੈ, ਮਨੁੱਖ, ਜਿਹੜਾ ਹੁਣ ਆਪਣੀਆਂ ਆਦਤਾਂ ਬਦਲ ਸਕਦਾ ਹੈ। ਅਸੀਂ ਵੇਖਦੇ ਹਾਂ ਕਿ ਗੁਰੂ ਪਾਤਸ਼ਾਹ ਦੇ ਕੋਲੇ ਠੱਗ ਆਏ, ਚੋਰ ਆਏ, ਧੜਵੀ ਆਏ,
ਉਹ ਆਪਣਾ ਜੀਵਨ ਬਦਲ ਗਏ। ਉਹਨਾਂ ਨੇ ਜੀਵਨ ਬਦਲਿਆ, ਆਪਣਾ ਆਤਮਾ ਬਦਲ ਗਏ, ਸਾਰੀ ਰਹਿਣੀ ਸਹਿਣੀ ਬਦਲ ਗਏ। ਤੇ ਫਿਰ ਜੇ ਨਹੀਂ ਬਦਲੇ ਤੇ ਫਿਰ ਅਸੀਂ ਪਸ਼ੂ। ਜਿਹੜੇ ਨਹੀਂ ਬਦਲਦੇ ਉਹ ਤੇ ਪਸ਼ੂ ਨੇ ਜੀ, ਉਹ ਮਨੁੱਖ ਨਹੀਂ। ਕਰਤੂਤ ਪਸ਼ੂ ਕੀ, ਮਾਨਸ ਜਾ। ਤੇ ਇੱਥੇ ਹੁਣ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਭਾਈ ਮਨ ਰੇ ਸ਼ਬਦ ਤਰੋ। ਜੇ ਤੂੰ ਸੰਸਾਰ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਹੈ ਤਾਂ ਗੁਰੂ ਦੇ ਸ਼ਬਦ, ਤੇ ਸ਼ਬਦ ਤੋਂ ਭਾਵ ਹੈ ਦੱਦੇ ਥੱਲੇ ਔਂਕੜ, ਦੱਦੇ ਨੂੰ ਸਿਹਾਰੀ। ਇਹ ਜਿਹੜੇ ਅਰਥ ਨੇ ਇਹਨਾਂ ਦੇ ਅਰਥ ਬਣਦੇ ਨੇ ਕੁਛ। ਜਦੋਂ ਦੱਦੇ ਥੱਲੇ ਔਂਕੜ ਆਉਂਦਾ ਗੁਰੂ ਦੀ ਵਿਚਾਰਧਾਰਾ, ਸ਼ਬਦ ਉਸ ਵਿਚਾਰਧਾਰਾ ਦੁਆਰਾ, ਗੁਰੂ ਦੀ ਵਿਚਾਰਧਾਰਾ ਜੋ ਹੈ ਉਹਦੇ ਦੁਆਰਾ ਜਦੋਂ ਅਸੀਂ ਆਪਣੇ ਜੀਵਨ ਨੂੰ ਢਾਲਦੇ ਹਾਂ ਤਾਂ ਇਹ ਸੰਸਾਰ ਸਾਗਰ ਤੋਂ ਪਾਰ ਹੁੰਦੇ ਹਾਂ। ਤੇ ਅਸੀਂ ਸ਼ਬਦ ਕੀ ਮੰਨ ਲਏ ਕਿ ਕਿਸੇ ਨੇ ਸਾਨੂੰ ਕਿਹਾ, ਅਸੀਂ ਕਿਸੇ ਬਾਬੇ ਕੋਲੇ ਗਏ, ਉਹਨੇ ਸਾਨੂੰ ਸ਼ਬਦ ਦਿੱਤਾ ਜੀ, ਪੁੱਛੀ ਵੀ ਕੀ ਦਿੱਤਾ, ਕਹਿੰਦੇ ਨਹੀਂ ਦੱਸਣਾ। ਕਿ ਕੰਨੀ ਮੱਟੀ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਕੁਰ, ਬਸ ਇਹ ਦੁਗਾ ਨਹੀਂ ਦੱਸਣਾ। ਉਹਦਾ ਕੋਈ ਫਾਇਦਾ ਕੀ ਹੋਇਆ? ਸਾਨੂੰ ਮਹਾਰਾਜ ਨੇ ਬਾਣੀ ਦਿੱਤੀ, ਲਿਖ ਕੇ ਦਿੱਤੀ, ਜਿਹੜਾ ਵੀ ਪੜ੍ਹੇਗਾ, ਜਿਹੜਾ ਵੀ ਸੁਣੇਗਾ, ਜਿਹੜਾ ਵੀ ਵਿਚਾਰੇਗਾ ਉਹਦਾ ਉਦਾਰ ਹੋ ਜਾਏਗਾ। ਇੱਥੇ ਮਗਣੇ ਵਿਚਾਰਧਾਰਾ ਹੈ ਗੁਰੂ ਨਾਨਕ ਪਾਤਸ਼ਾਹ ਦੀ। ਦੇਖੋ ਕਹਿੰਦੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ। ਜਿਨ੍ਹਾਂ ਨੇ ਅਜੇ ਵੀ ਫਿਰ ਗੁਰੂ ਵਾਲਾ ਬਣ ਕੇ ਨਾਮ ਨੂੰ ਨਹੀਂ ਸਮਝਿਆ ਅਜੇ ਤੱਕ, ਮਰ ਜਨਮੈ ਆਵੈ ਜਾਏ, ਉਹ ਫਿਰ ਮਰਦੇ ਨੇ, ਜੰਮਦੇ ਨੇ, ਆਉਂਦੇ ਨੇ, ਜਾਂਦੇ ਨੇ। ਨਾਮ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ। ਮੈਂ ਪਹਿਲਾਂ ਕਹਿ ਰਿਹਾ ਜਿਹੜੇ ਸਮਝੇ ਬੁਝਾਰਤ ਨੂੰ ਬੁੱਝੇ ਹੀ ਨਹੀਂ, ਇਹ ਸਮਝਿਆ ਹੀ ਨਹੀਂ। ਮਹਾਰਾਜ ਕਹਿੰਦੇ ਇੰਜ ਕਰ ਆਪਣਾ ਜੀਵਨ ਜਿਉ। ਇਸ ਤਰ੍ਹਾਂ ਤੁਹਾਨੂੰ ਦੱਸਦੇ ਆ ਰਹੇ ਨੇ ਸਾਨੂੰ ਵੀ ਆਪਣੇ ਅੰਦਰ ਜਿਹੜੇ ਵਿਕਾਰ ਨੇ ਉਹਨਾਂ ਨਾਲ ਨਾਤਾ ਤੋੜ ਲੈ, ਗੁਣਾਂ ਨਾਲ ਸਾਂਝ ਪਾ ਲੈ, ਤੇਰਾ ਜੀਵਨ ਸਾਰਥਕ ਹੋ ਜਾਏਗਾ। ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ। ਸੁੱਚਾ ਤਨ ਉਹੀਓ ਕਿਹਾ ਜਾ ਸਕਦਾ ਜਿਹਦੇ ਵਿੱਚ ਉਹ ਸੱਚੇ ਦਾ ਨਾਮ ਹੈ। ਬਾਹਰੋਂ ਧੋਣ ਨਾਲ ਸੁੱਚਾ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਨਹਾਉਣਾ ਨਹੀਂ, ਇਸ਼ਨਾਨ ਪਹਿਲਾਂ, ਪਰ ਸੁਚਮਤਾ ਸਿਰਫ ਉਹਦੇ ਵਿੱਚ ਹੀ ਹੈ ਜੇ ਨਾਮ ਹੈ, ਜੇ ਉਹਦੇ ਗੁਣ ਨੇ ਇਹ ਤਨ ਵਿੱਚ। ਭੈ ਸੱਚ ਰਾਤੀ ਦੇਹੁਰੀ ਜੇਵਾ ਸੱਚ ਸੁਆਉ। ਭੈ ਸੱਚ, ਉਸ ਸੱਚੇ ਦੇ ਡਰ ਵਿੱਚ, ਉਹਦੇ ਭੈ ਵਿੱਚ ਹੈ ਇਹ ਦੇਹਰੀ, ਇਹ ਦੇਹੀ ਜਿਹੜੀ। ਜੇਵਾ ਸੱਚ ਸੁਆਉ, ਤੇ ਜੇਵਾ ਉਹ ਸੱਚੇ ਦਾ ਸਵਾਦ ਲੈਂਦੀ ਹੋਵੇ। ਇਹ ਜੀਭ ਜਿਹੜੀ ਹੈ ਉਹਦਾ ਰਸ ਲੈਂਦੀ ਹੋਵੇ। ਬਹੁਤ ਵਾਰੀ ਇਸ ਗੱਲ ਦੀ ਵਿਚਾਰ ਹੋਈ ਕਿ ਕਦੇ ਇਹ ਜੀਭ ਨਾਲ ਅਸੀਂ ਉਸ ਨਾਮ ਦਾ ਰਸ ਲਿਆ। ਤੀਜੇ ਪਾਤਸ਼ਾਹ ਕਹਿੰਦੇ ਨੇ ਗੱਲ ਨੂੰ, ਜੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਨਾ ਪਾਏ ਹਰ ਰਸ ਪੱਲੇ ਪੀਏ ਹਰ ਰਸ, ਬਹੁਤ ਨਾ ਤ੍ਰਿਸ਼ਨਾ ਲੱਗ ਜਾਏ, ਤੈਨੂੰ ਮੁੜ ਕੇ ਤ੍ਰਿਸ਼ਨਾ ਹੀ ਲੱਗੇਗੀ। ਇਸ ਕਰਕੇ ਸਵਾਲ ਜਿਹੜਾ ਹੈ ਜੀਵਾਂ ਨੂੰ ਇਹ ਬਣਿਆ ਹੋਵੇ, ਸੱਚੀ ਨਦਰ ਨਿਹਾਲੀ ਹੈ ਬਹੁੜ ਨਾ ਪਾਵੇ ਤਾਉ। ਜਦੋਂ ਉਹ ਸੱਚੀ ਦੀ ਨਦਰ ਥੱਲੇ ਨਿਹਾਲਿਆ ਅਗਨੇ, ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਏਗਾ, ਮੁੜ ਕੇ ਤਾਉ ਵਿੱਚ ਨਹੀਂ ਪਏਗਾ। ਮੁੜ ਕੇ ਜਿਹੜਾ ਸੋਨਾ ਇੱਕ ਵਾਰ ਢਲ ਗਿਆ ਨਾ ਕਠਾਲੀ ਵਿੱਚੋਂ, ਸ਼ੁੱਧਤ ਹੋ ਗਿਆ, ਮੁੜ ਕੇ ਸੁਨਿਆਰ ਉਹਨੂੰ ਕਠਾਲੀ ਵਿੱਚ ਨਹੀਂ ਪਾਉਂਦਾ ਜਿਸ ਤਰ੍ਹਾਂ, ਅਗਨੇ ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਏਗਾ। ਸਾਚੇ ਤੇ ਪਵਣਾ ਭਇਆ ਪਵਨੈ ਤੇ ਜਲ ਹੋਏ। ਹੁਣ ਇਸ ਅਵਸਥਾ ਨੂੰ ਮਹਾਰਾਜ ਸਮਝਾਉਣਾ ਕਰਦੇ ਕਿ ਸਭ ਤੋਂ ਪਹਿਲਾਂ ਇੱਥੇ ਸੱਚਾ ਸੀ। ਸਾਚੇ ਤੇ ਪਵਨਾ ਭਇਆ, ਹਵਾਵਾਂ ਚੱਲੀਆਂ, ਪਵਨੈ ਤੇ ਜਲ ਹੋਏ, ਉਹਨਾਂ ਹਵਾਵਾਂ ਵਿੱਚ ਜਲ ਪੈਦਾ ਹੋ ਗਿਆ। ਦੇਖੋ ਸ੍ਰਿਸ਼ਟੀ ਦੀ ਸਾਜਣਾ ਮਹਾਰਾਜ ਨੇ 550 ਸਾਲ ਪਹਿਲਾਂ ਕੀ ਸਮਝਾਤੀ ਤੇ ਸਾਇੰਸ ਅੱਜ ਵੀ ਮੰਨਦੀ। ਜਲ ਤੇ ਤ੍ਰਿਭਵਨ ਸਾਜਿਆ, ਇਹ ਜਲ ਤੋਂ ਹੀ ਤ੍ਰਿਭਵਨ, ਇਹ ਸੰਸਾਰ ਜਿਹੜਾ ਸਜਿਆ, ਤਿੰਨੇ ਲੋਕ ਰਚਨਾ ਜਿਹੜੀ ਸੰਸਾਰ ਤੋਂ ਹੈ, ਪਾਣੀ ਤੋਂ ਘਟ ਘਟ ਜੋਤ ਸਮੋਏ, ਉਸ ਮਾਲਕ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ। ਨਿਰਮਲ ਮੈਲਾ ਨਾ ਥੀਐ ਸ਼ਬਦ ਰੱਤੇ ਪਤ ਹੋਏ। ਜਿਹੜਾ ਨਿਰਮਲ ਹੈ, ਪਵਿੱਤਰ ਹੈ, ਉਹ ਮੈਲਾ ਹੋ ਹੀ ਨਹੀਂ ਸਕਦਾ। ਤੇ ਪਾਖਣ ਸ਼ਬਦ ਰੱਤੇ, ਗੁਰੂ ਦੇ ਸ਼ਬਦ ਦੁਆਰੇ ਰੱਤੇ ਹੋਏ ਨੇ, ਭਿੱਜੇ ਹੋਏ ਨੇ, ਉਹਨਾਂ ਦੀ ਇੱਥੇ ਪਤ ਹੈ, ਉਸ ਮਾਲਕ ਦੇ ਦਰ ਉੱਤੇ ਇੱਜ਼ਤ ਹੈ। ਇਹ ਮਨ ਸਾਚ ਸੰਤੋਖਿਆ, ਜਦੋਂ ਇਹ ਮਨ ਸੱਚ ਨਾਲ ਜੁੜਿਆ ਤੇ ਸੰਤੋਖਿਆ ਗਿਆ, ਤ੍ਰਿਸ਼ਨਾਵਾਂ ਖਤਮ ਹੋ ਗਈਆਂ, ਬੰਦ ਹੋ ਗਿਆ। ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹੇ, ਜਿਸ ਉੱਤੇ ਉਹਦੀ ਨਜ਼ਰ ਹੈ ਇਹ ਮਨ ਸੰਤੋਖੀ ਹੋ ਜਾਂਦਾ ਹੈ। ਪੰਜ ਭੂਤ ਸੱਚ ਭੈ ਰੱਤੇ, ਇਹ ਪੰਜ ਭੂਤ, ਸਾਡਾ ਸਰੀਰ ਪੰਜ ਭੂਤਕ ਸਰੀਰ ਹੈ। ਅੱਗ ਪਾਣੀ ਹਵਾ ਧਰਤੀ ਆਕਾਸ਼,
ਕਹਿੰਦੇ ਸਾਰੇ ਤੱਤ ਉਹਦੇ ਭੈ ਵਿੱਚ ਨੇ, ਆਪਣੀ ਨਿਯਮ ਵਿੱਚ ਆ ਗਏ। ਇਸ ਗੱਲ ਨੂੰ ਕਿਉਂਕਿ ਸਮਾਂ ਬਹੁਤ ਘੱਟ ਹੈ, ਅਗਲੇ ਕਦੇ ਆਏਗਾ ਫਿਰ ਕਰਾਂਗੇ ਗੱਲ ਨੂੰ ਕਿ ਪੰਜੇ ਤੱਤ ਜਿਹੜੇ ਨੇ ਉਹਨਾਂ ਦੇ ਆਪਣੇ ਆਪਣੇ ਗੁਣ ਨੇ। ਮਿੱਟੀ ਦਾ ਆਪਣਾ ਗੁਣ ਹੈ, ਪਾਣੀ ਦਾ ਆਪਣਾ ਗੁਣ ਹੈ। ਜਦੋਂ ਉਹਨਾਂ ਗੁਣਾਂ ਨਾਲ ਉਹਦੇ ਭੈ ਵਿੱਚ ਹੋ ਗਏ, ਜੋਤੀ ਜੋਤ ਸੱਚੀ ਮਨ ਮਾਹੇ, ਉਦੋਂ ਇਹ ਜੋਤ ਉਹ ਸੱਚੇ ਦੀ ਮਨ ਵਿੱਚ ਹੈ। ਨਾਨਕ ਔਗਣ ਵਿਸਰੇ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਦੋਂ ਜਦੋਂ ਇਹ ਮਨ ਉਹ ਸੱਚੇ ਨਾਲ ਜੁੜ ਗਿਆ ਪੂਰੀ ਤਰ੍ਹਾਂ, ਉਦੋਂ ਇਹਦੇ ਔਗਣ ਵਿਸਰ ਗਏ। ਗੁਰ ਰਾਖੇ ਪਤ ਤਾਹੇ, ਉੱਥੇ ਫਿਰ ਗੁਰੂ ਆਪ ਪਤ ਰੱਖਦਾ ਹੈ, ਇੱਜ਼ਤ ਰੱਖਦਾ ਹੈ, ਮਾਣ ਰੱਖਦਾ ਹੈ, ਡੁੱਬਣ ਨਹੀਂ ਦਿੰਦਾ। ਉਹ ਸਾਨੂੰ ਫਿਰ ਵਿਕਾਰਾਂ ਵਿੱਚ ਪੈਣ ਨਹੀਂ ਦਿੰਦਾ। ਉਹ ਸਾਨੂੰ ਇਹ ਜਿਹੜੀ ਅੱਗ ਹੈ ਤ੍ਰਿਸ਼ਨਾਵਾਂ ਦੀ, ਹਉਮੈ ਦੀ, ਹੰਕਾਰ ਦੀ, ਨਰਕਾਂ ਦੀ, ਇਹਦੇ ਵਿੱਚ ਫਿਰ ਉਹ ਜਾਣ ਨਹੀਂ ਦਿੰਦਾ ਜਦੋਂ ਉਹ ਆਪ ਕਿਰਪਾ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ ਵੀ 15 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ, ਨਾਨਕ ਬੇੜੀ ਸੱਚ ਕੀ, ਤਰੀਐ ਗੁਰ ਵਿਚਾਰ, ਤਰੀਐ ਗੁਰ ਵਿਚਾਰ। ਇਕ ਆਵੈ ਇਕ ਜਾਵਹੀ, ਇਕ ਆਵੈ ਇਕ ਜਾਵਹੀ। ਪੂਰ ਭਰੇ ਅਹੰਕਾਰ, ਪੂਰ ਭਰੇ ਅਹੰਕਾਰ। ਮਨ ਹੱਥ ਮਤੀ ਬੂਟੀਐ, ਮਨ ਹੱਥ ਮਤੀ ਬੂਟੀਐ। ਗੁਰਮੁਖ ਸੱਚ ਸੁਤਾਰ, ਗੁਰਮੁਖ ਸੱਚ ਸੁਤਾਰ। ਗੁਰ ਬਿਨ ਕਿਉ ਤਰੀਐ ਸੁਖ ਹੋਏ, ਗੁਰ ਬਿਨ ਕਿਉ ਤਰੀਐ ਸੁਖ ਹੋਏ। ਜਿਉ ਭਾਵੈ ਤਿਉ ਰਾਖ ਤੂੰ, ਜਿਉ ਭਾਵੈ ਤਿਉ ਰਾਖ ਤੂੰ। ਮੈਂ ਅਵਰ ਨਾ ਦੂਜਾ ਕੋਈ, ਮੈਂ ਅਵਰ ਨ ਦੂਜਾ ਕੋਈ। ਰਹਾਉ ਰਹਾਉ। ਆਗੈ ਦੇਖੋ ਡੋ ਜਲੈ, ਆਗੈ ਦੇਖੋ ਡੋ ਜਲੈ। ਪਾਚੈ ਹਰਿਉ ਅੰਗੂਰ, ਪਾਛੈ ਹਰਿਉ ਅੰਗੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ, ਜਿਸ ਤੇ ਉਪਜੈ ਤਿਸ ਤੇ ਬਿਨਸੈ। ਘਟ ਘਟ ਸੱਚ ਭਰਪੂਰ, ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵਹੀ, ਆਪੇ ਮੇਲ ਮਿਲਾਵਹੀ। ਸਾਚੈ ਮਹਿਲ ਹਦੂਰ, ਸਾਚੈ ਮਹਿਲ ਹਦੂਰ। ਸਾਹੇ ਸਾਹੇ ਤੁਝ ਸੰਭਲਾ, ਸਾਹੇ ਸਾਹੇ ਤੁਝ ਸੰਭਲਾ। ਕਦੇ ਨਾ ਵਿਸਾਰਿਓ, ਕਦੇ ਨਾ ਵਿਸਾਰਿਓ। ਜਿਉ ਜਿਉ ਸਾਹਿਬ ਮਨ ਵਸੈ, ਜਿਉ ਜਿਉ ਸਾਹਿਬ ਮਨ ਵਸੈ। ਗੁਰਮੁਖ ਅੰਮ੍ਰਿਤ ਪੀਓ, ਗੁਰਮੁਖ ਅੰਮ੍ਰਿਤ ਪੀਓ। ਮਨ ਤਨ ਤੇਰਾ ਤੂੰ ਧਣੀ, ਮਨ ਤਨ ਤੇਰਾ ਤੂੰ ਧਣੀ। ਗਰਭ ਨਿਵਾਰ ਸਮਿਓ, ਗਰਭ ਨਿਵਾਸ ਸਮਿਓ। ਜਿਨੇ ਜਗਤ ਉਪਾਇਆ, ਜਿਨੇ ਜਗਤ ਉਪਾਇਆ। ਤਿਰ ਭਵਨ ਕਰ ਆਕਾਰ, ਤਿਰ ਭਵਨ ਕਰ ਆਕਾਰ। ਗੁਰਮੁਖ ਚਾਨਣ ਜਾਣੀਐ, ਗੁਰਮੁਖ ਚਾਨਣ ਜਾਣੀਐ। ਮਨਮੁਖ ਮੁਗਧ ਗੁਬਾਰ, ਮਨਮੁਖ ਮੁਗਧ ਗੁਬਾਰ। ਘਟ ਘਟ ਜੋਤ ਨਿਰੰਤਰੀ, ਘਟ ਘਟ ਜੋਤ ਨਿਰੰਤਰੀ। ਬੂਝੈ ਗੁਰਮਤਿ ਸਾਰ, ਬੂਝੈ ਗੁਰਮਤਿ ਸਾਰ। ਗੁਰਮੁਖ ਜਿਨੀ ਜਾਣਿਆ, ਗੁਰਮੁਖ ਜਿਨੀ ਜਾਣਿਆ। ਤਿਨ ਕੀਚੈ ਸਾਵਾਸ, ਜਿਨ ਕੀਚੈ ਸਾਬਾਸ। ਸੱਚੇ ਸੇਤੀ ਰਲ ਮਿਲੇ, ਸੱਚੇ ਸੇਤੀ ਰਲ ਮਿਲੇ। ਸੱਚੇ ਗੁਣ ਪ੍ਰਗਾਸ, ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ, ਨਾਨਕ ਨਾਮ ਸੰਤੋਖੀਆ। ਜਿਉ ਪਿੰਡ ਪ੍ਰਭ ਪਾਸ, ਜੀਉ ਪਿੰਡ ਪ੍ਰਭ ਪਾਸ। ਸ੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ, ਤਰੀਐ ਗੁਰ ਵਿਚਾਰ। ਗੁਰੂ ਨਾਨਕ ਪਾਤਸ਼ਾਹ ਬਾਰੇ ਕਹਿੰਦੇ ਭਾਈ ਇਹ ਸੱਚ ਦੀ ਬੇੜੀ ਹੈ। ਇਹ ਸੰਸਾਰ ਸਾਗਰ ਤੋਂ ਜੇ ਪਾਰ ਤਰਨੀ ਚਾਹੁੰਦਾ ਹੈ ਤਾਂ ਗੁਰੂ ਦੀ ਸ਼ਬਦ ਦੀ ਵਿਚਾਰ ਕਰ। ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਇੱਕ ਆਵੇ ਇੱਕ ਜਾਵਹੀ, ਪਰ ਸੰਸਾਰ ਚ ਆ ਰਹੇ ਨੇ ਲੋਕ, ਜਾ ਰਹੇ ਨੇ। ਪੂਰ ਭਰੇ ਅਹੰਕਾਰ, ਪੂਰਾਂ ਦੇ ਪੂਰ ਹੰਕਾਰ ਨਾਲ ਭਰੇ ਹੋਏ। ਇਹ ਕਿਵੇਂ ਪਾਰ ਹੋ ਸਕਦੇ ਨੇ? ਉਹ ਸਵਾਲ ਇਹ ਸੰਸਾਰ ਸਾਗਰ ਤੋਂ ਕਿਵੇਂ ਪਾਰ ਹੋ ਸਕਦੇ ਨੇ? ਕਿਉਂਕਿ ਹਰਜੂ ਹੰਕਾਰ ਨਾ ਭਾਵੇ।
ਹੰਕਾਰ ਉਹਨੂੰ ਭਾਉਂਦਾ ਨਹੀਂ। ਮਨ ਹੱਠ ਮਤੀ ਬੁੱਢੀ ਹੈ, ਆਪ ਉਦਰੀ ਮਤ ਨਾਲ, ਮਨ ਦੀ ਹੱਠ ਨਾਲ ਡੁੱਬਿਆ ਹੈ ਇਨਸਾਨ ਹਮੇਸ਼ਾ ਹੀ। ਫਿਰ ਇਸ ਤਰ੍ਹਾਂ ਡੁੱਬ ਜਾਓਗੇ। ਮਨ ਹੱਠ ਮਤੀ ਬੁੱਢੀ ਹੈ, ਗੁਰਮੁਖ ਸੱਚ ਸੁਤਾਰ। ਗੁਰੂ ਦੀ ਮੱਤ, ਗੁਰੂ ਦਾ ਅਨੁਸਾਰੀ ਹੋ ਕੇ ਚੱਲੇਗਾ, ਇਹ ਸੱਚ ਦੀ ਤਾਰੀ ਧਰ ਲੈ। ਗੁਰ ਬਿਨ ਕਿਉਂ ਤਰੀਐ ਸੁਖ ਹੋਏ। ਇਸ ਸੰਸਾਰ ਸਾਗਰ ਨੂੰ ਗੁਰਮੀਨ ਗਿਆਨ, ਜਾਣਕਾਰੀ, ਉਸ ਮਾਲਕ ਵੱਲੋਂ ਬਖਸ਼ੀ ਹੋਈ ਦਾਤ, ਉਹਦੇ ਤੋਂ ਬਿਨਾ ਕਿਵੇਂ ਤਰਿਆ ਜਾ ਸਕਦਾ ਹੈ ਜਿਹਦੇ ਨਾਲ ਸਾਨੂੰ ਸੁੱਖ ਹੋਏਗਾ। ਕਿਉਂਕਿ ਸੁੱਖ ਤੇ ਪਾਰ ਹੋ ਕੇ ਹੁੰਦਾ ਹੈ। ਜਦ ਤੱਕ ਅਸੀਂ ਇਸ ਸੰਸਾਰ ਸਾਗਰ ਤੋਂ ਪਾਰ ਹੋਣ ਤੋਂ ਭਾਵ ਹੈ ਇਹਨਾਂ ਕਲਪਨਾਵਾਂ ਤੋਂ, ਵਿਸ਼ੇ ਵਿਕਾਰਾਂ ਤੋਂ ਪਾਰ ਨਹੀਂ ਹੁੰਦੇ, ਅਗਾਂਹ ਨਹੀਂ ਨਿਕਲਦੇ, ਤਦ ਤੱਕ ਅਸੀਂ ਇਸ ਸੰਸਾਰ ਸਾਗਰ ਵਿੱਚ ਗੋਤੇ ਖਾਂਦੇ ਰਵਾਂਗੇ। ਜਿਉਂ ਭਾਵ ਹੈ ਤਿਉਂ ਰਾਗ ਤੋਂ। ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਆਪ ਨੂੰ ਸਮਰਪਿਤ ਕਰ ਦੇ। ਇਹ ਵਾਹਿਗੁਰੂ ਜੀ ਅਕਾਲ ਪੁਰਖ ਜੀਓ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਜਿਵੇਂ ਤੁਹਾਨੂੰ ਭਾਉਂਦਾ ਹੈ, ਉਸ ਤਰ੍ਹਾਂ ਰੱਖੋ। ਮੈਂ ਅਵਰ ਨਾ ਦੂਜਾ ਕੋਏ, ਮੇਰਾ ਤੇਰੇ ਤੋਂ ਬਿਨਾਂ ਹੋਰ ਦੂਜਾ ਹੈ ਹੀ ਨਹੀਂ ਕੋਈ। ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਹੀ ਸਹੀ ਮੰਨਿਆ ਵੀ ਸੁੱਖ ਦੀ ਸ੍ਰੇਸ਼ਟਤਾ ਇਹਦੇ ਵਿੱਚ ਹੀ ਹੈ। ਸਭ ਤੋਂ ਉੱਤਮ ਸੁੱਖ ਜਿਹੜਾ ਹੈ ਉਹ ਹੈ ਆਪਣੇ ਆਪ ਨੂੰ ਸਮਰਪਿਤ ਕਰਨਾ। ਰਹਾਉ ਆਗਿਆ ਦੇਖੋ ਡੋ ਜਲੈ, ਪਾਚੈ ਹਰਿਓ ਅੰਗੂਰ। ਉਦਾਹਰਣ ਦੇ ਕੇ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗ ਜਾਏ, ਡੋ ਹੁੰਦੀ ਜੰਗਲ ਦੀ ਅੱਗ, ਆਗਿਆ ਦੇਖੈ ਡੋ ਜਲੈ। ਜਿਵੇਂ ਜੰਗਲ ਦੀ ਅੱਗ ਹੁੰਦੀ, ਇਹ ਸੰਸਾਰ ਸਾਗਰ ਵੀ ਜਿਹੜਾ ਹੈ ਇੱਕ ਜੰਗਲ ਦੀ ਤਰ੍ਹਾਂ ਹੈ। ਇਹ ਸੰਸਾਰ ਵਿੱਚ ਵੀ ਵੇਖੋ ਅੱਗ ਲੱਗੀ ਹੋਈ, ਤ੍ਰਿਸ਼ਨਾਵਾਂ ਦੀ ਹੈ, ਹਉਮੈ ਦੀ ਹੈ, ਈਰਖਾ ਦੀ ਹੈ, ਬੜੀਆਂ ਅੱਗਾਂ ਨੇ। ਕਹਿੰਦੇ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗਦੀ ਹੈ, ਕੁਝ ਵੀ ਨਹੀਂ ਬਚਦਾ, ਜਾ ਰਹੇ ਨੇ ਲੋਕ, ਮਰ ਰਹੇ ਨੇ, ਤੇ ਪਿੱਛੋਂ ਨਵੀਂ ਪਨੀਰੀ, ਨਵੇਂ ਬੱਚੇ ਜਨਮ ਰਹੇ ਨੇ। ਜਿਸ ਤਰ੍ਹਾਂ ਜੰਗਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਦੋਂ ਅੱਗ ਲੱਗਦੀ ਜਾਂਦੀ, ਪਿੱਛੋਂ ਨਵੀਂ ਅੰਗੂਰ ਫੁੱਟਦੇ ਜਾਂਦੇ। ਅੱਗ ਲੱਗਣ ਤੋਂ ਬਾਅਦ ਨਵੇਂ ਪਨੀਰੀ ਫਿਰ ਉਖੜਦੀ ਹੈ। ਇਹ ਸੰਸਾਰ ਵੀ ਕਰੇ ਇਸ ਤਰ੍ਹਾਂ ਹੀ ਹੈ, ਇੱਕ ਜੰਗਲ ਦੀ ਅੱਗ ਵਾਂਗੂ। ਪਾਛੈ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੈ। ਜਿਸ ਤੋਂ ਪੈਦਾ ਹੁੰਦੇ ਉਹਦੇ ਚ ਬਿਨਸੀ ਜਾਂਦੇ ਨੇ। ਘਟ ਘਟ ਸੱਚ ਭਰਪੂਰ, ਪਰ ਉਹ ਪ੍ਰਮਾਤਮਾ ਘਟ ਘਟ ਵਿੱਚ ਸੱਚ ਸਮਾਇਆ ਹੋਇਆ, ਭਰਿਆ ਪੂਰਾ ਹਰ ਜਗ੍ਹਾ। ਆਪੇ ਮੇਲ ਮਿਲਾਪ ਹੀ, ਉਹ ਮਿਲਾਉਣ ਵਾਲਾ ਵੀ ਆਪ ਹੈ। ਮਤ ਅਸੀਂ ਇਹ ਗੱਲ ਸਮਝ ਬੈਠੀਏ ਕਿ ਆਪਣੀ ਮਤ ਨਾਲ, ਆਪਣੀ ਬੁੱਧੀ ਨਾਲ, ਆਪਣੇ ਮਨ ਹੱਠ ਨਾਲ ਅਸੀਂ ਮਿਲ ਲਵਾਂਗੇ, ਨਹੀਂ। ਉਹ ਆਪ ਹੀ ਕਿਰਪਾ ਕਰਦਾ ਹੈ, ਆਪ ਹੀ ਸਾਨੂੰ ਸੰਗਤ ਵਿੱਚ ਮੇਲਦਾ ਹੈ, ਆਪ ਹੀ ਸਾਨੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਨਾਲ ਮੇਲ ਕਰਾਉਂਦਾ ਹੈ। ਆਪੇ ਮੇਲ ਮਿਲਾਪ ਹੀ ਸਾਚਾ ਮਹਿਲ ਹਜ਼ੂਰ। ਉਹ ਸੱਚੇ ਦੇ ਮਹਿਲ ਟਿਕਾਣੇ ਵਿੱਚ ਹਜ਼ੂਰ, ਹਾਜ਼ਰ ਹਜ਼ੂਰ, ਹਾਜ਼ਰ ਨਾਜ਼ਰ ਆਉਣ ਲੱਗ ਪੈਂਦਾ ਹੈ, ਨਜ਼ਰ ਆਉਣ ਲੱਗ ਪੈਂਦਾ ਹੈ। ਸਾਹਿਬ ਸਾਹਿਬ ਤੁਝੇ ਸੰਭਨਾ, ਇਹ ਪ੍ਰਭੂ ਸਾਡੇ ਤੇ ਕਿਰਪਾ ਕਰ, ਮੈਂ ਸਵਾਸ ਸਵਾਸ ਤੈਨੂੰ ਚੇਤੇ ਕਰਦਾ ਰਵਾਂ, ਕਦੇ ਨਾ ਵਿਸਾਰੇ। ਇਸ ਕਰਕੇ ਤੈਨੂੰ ਵਿਸਰਾ ਹੀ ਨਾ ਕਰੇ, ਤੂੰ ਵਿਸਰੇ ਨਾ ਸਾਨੂੰ ਕਦੇ। ਜਿਉਂ ਜਿਉਂ ਸਾਹਿਬ ਮਨ ਵਸੈ, ਜਿਵੇਂ ਜਿਵੇਂ ਉਹ ਸਾਹਿਬ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਹੈ ਮਨ ਵਿੱਚ ਵਸਦਾ ਹੈ, ਉਹਦੇ ਗੁਣ ਜਿਉਂ ਜਿਉਂ ਮਨ ਵਿੱਚ ਵਸਦੇ ਰਹਿਣਗੇ। ਗੁਰਮੁਖ ਅੰਮ੍ਰਿਤ ਪੀਓ, ਤੇ ਗੁਰੂ ਦਾ ਅਨੁਸਾਰੀ ਹੋ ਕੇ ਉਦੋਂ ਇਨਸਾਨ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ। ਇਹ ਬਾਣੀ ਅੰਮ੍ਰਿਤ ਹੈ। ਉਦੋਂ ਬਾਣੀ ਨੂੰ ਬੰਦਾ ਘੁੱਟ ਭਰ ਕੇ ਪੀਂਦਾ ਸਹੀ ਮਾਇਨੇ ਵਿੱਚ। ਮਨ ਤਨ ਤੇਰਾ ਤੂੰ ਧਣੀ, ਜਦੋਂ ਆਪਣੇ ਆਪ ਨੂੰ ਜੀਵ ਨੇ ਉਸ ਪ੍ਰਮਾਤਮਾ ਨੂੰ ਸਮਰਪਿਤ ਕਰ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ। ਇੱਥੇ ਵੀ ਮਾਰੇ ਕਹਿੰਦੇ ਮਨ ਤਨ ਤੇਰਾ ਤੂੰ ਧਣੀ। ਇਹ ਮਨ ਵੀ ਤੇਰਾ, ਧਨ ਵੀ ਤੇਰਾ ਹੈ, ਤੂੰ ਸਾਡਾ ਧਣੀ ਮਾਲਕ ਹੈ। ਗਰਭ ਨਿਵਾਰ ਸਮੇਓ, ਆਪਣੇ ਹੰਕਾਰ ਨੂੰ ਦੂਰ ਕਰਕੇ ਹੀ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਬਸ ਵਿੱਚ ਹਉਮੈ ਭੀਤ ਕਰਾਰੀ, ਪ੍ਰਮਾਤਮਾ ਤੇ ਸਾਡੇ ਵਿਚਕਾਰ ਜਿਹੜੀ ਕੰਧ ਖੜੀ ਹੈ ਨਾ, ਉਹ ਸਿਰਫ ਹਉਮੈ ਦੀ। ਬਸ ਮੈਂ ਟੁੱਟੀ ਕਿ ਤੂੰ ਆਇਆ, ਇੰਨੀ ਗੱਲ ਹੀ ਸਾਰੀ। ਬਸ ਕਹਿੰਦੇ ਜਦੋਂ ਤੱਕ ਆਪਣੇ ਆਪ ਨੂੰ, ਕਿਉਂਕਿ ਸਾਨੂੰ ਹੰਕਾਰ ਹੈ ਧਨ ਦਾ, ਸਾਨੂੰ ਹੰਕਾਰ ਹੈ ਮਨ ਦਾ, ਸਾਨੂੰ ਹੰਕਾਰ ਹੈ ਤਨ ਦਾ। ਕਹਿੰਦੇ ਤਿੰਨੇ ਚੀਜ਼ਾਂ ਸਮਰਪਿਤ
ਸਮਰਪਿਤ ਕੀਤੀਆਂ ਉਸ ਮਾਲਕ ਦੇ ਅੱਗੇ ਰੱਖੀਆਂ। ਹਉਮੈ ਗਈ ਗਰਭ ਨਿਵਾਰ ਸਮੇਉ ਜਿਨੇ ਇਹ ਜਗਤ ਪਾਇਆ ਤ੍ਰਿਭਵਨ ਕਰ ਆਕਾਰ। ਅਗਲੀ ਗੱਲ ਫਿਰ ਪਾਇਆ ਨੇ ਜਿਹਨੇ ਸਾਰੇ ਸੰਸਾਰ ਨੂੰ ਤਿੰਨ ਭਵਨ ਆਕਾਸ਼ ਪਤਾਲ ਇਹ ਸੰਸਾਰ ਪੈਦਾ ਕਰਕੇ ਪੈਦਾ ਕੀਤਾ ਹੈ। ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਬਾਰ। ਜਿਹੜੇ ਗੁਰਮੁਖ ਨੇ ਉਹਨਾਂ ਨੇ ਉਹ ਸੰਸਾਰ ਦੇ ਵਿੱਚ ਉਸ ਮਾਲਕ ਦਾ ਚਾਨਣ, ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹਨਾਂ ਲਈ ਹੈ। ਤੇ ਨਹੀਂ ਤੇ ਫਿਰ ਮਾਰੇ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਜਿਹੜੇ ਮਨਮੁਖ ਨੇ ਉਹਨਾਂ ਲਈ ਇਹ ਗੁਬਾਰ ਹਨੇਰਾ ਹਉਮੈ ਹੰਕਾਰ ਬਣਿਆ ਹੋਇਆ ਹੈ। ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਚੱਲੇ ਉਹਨਾਂ ਨੂੰ ਚਾਨਣ ਹੋ ਗਿਆ, ਸਮਝ ਆ ਗਈ ਕਿ ਅਸੀਂ ਇੱਥੇ ਕਿਉਂ ਆਏ ਆ, ਕਾਹਦੇ ਆਏ ਵਾਸਤੇ ਆਏ ਆ, ਇਹ ਸੰਸਾਰ ਵਿੱਚ ਕਿਵੇਂ ਰਹਿਣਾ ਹੈ। ਬਸ ਇੱਕੋ ਚੀਜ਼ ਸਮਝ ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਸਾਰ। ਜਿਨ੍ਹਾਂ ਨੇ ਜਾਣ ਲਿਆ ਕਿ ਜਾਣਾ ਉਹ ਫਿਰ ਖਿਲਾਰਾ ਨਹੀਂ ਖਿਲਾਰਦੇ। ਘਟ ਘਟ ਜੋ ਨਿਰੰਤਰੀ ਬੁੱਝੈ ਗੁਰਮਤਿ ਸਾਰ। ਉਸ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਨਿਰੰਤਰ ਲਗਾਤਾਰ ਇੱਕ ਰਸ ਸਾਰਿਆਂ ਵਿੱਚ ਚੱਲ ਰਹੀ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਹੈ, ਜਦੋਂ ਲਗਾਤਾਰ ਸਾਰਿਆਂ 'ਚ ਚੱਲਦਾ ਹੈ ਤਾਂ ਬਲਬ ਜਗਦੇ ਨੇ, ਤੇ ਜਿਹਦੇ ਨਾਲ ਕਨੈਕਸ਼ਨ ਟੁੱਟ ਜਾਏ ਉਹ ਬਲਬ ਫਿਊਜ਼ ਹੋ ਜਾਂਦਾ ਹੈ। ਤੇ ਸਾਡਾ ਵੀ ਤਾਂ ਇਹੀ ਹਾਲ ਹੈ। ਜਦ ਤੱਕ ਉਹਦੀ ਜੋਤ ਅੰਦਰ ਨਿਰੰਤਰ ਚੱਲ ਰਹੀ ਹੈ, ਅਸੀਂ ਸਵਾਸ ਲੈ ਰਹੇ ਹਾਂ, ਸਾਡਾ ਜੀਵਨ ਹੈ। ਤੇ ਜਦੋਂ ਕਨੈਕਸ਼ਨ ਟੁੱਟ ਗਿਆ, ਜਦੋਂ ਟੁੱਟਿਆ ਕਨੈਕਸ਼ਨ, ਉਸੇ ਵੇਲੇ ਹੀ ਡੈਡ ਬੋਡੀ ਹੋ ਗਈ। ਮਹਾਰਾਜ ਸਮਝਾਉਣਾ ਕਹਿੰਦੇ ਘਟ ਘਟ ਜੋ ਨਿਰੰਤਰੀ ਬੁੱਝੈ ਗੁਰਮਤਿ ਸਾਰ। ਜਿਨ੍ਹਾਂ ਨੇ ਬੁੱਝ ਲਿਆ ਗੁਰੂ ਦੀ ਮੱਤ ਦੁਆਰਾ, ਕਹਿੰਦੇ ਉਹ ਸ੍ਰੇਸ਼ਟ ਮੱਤ ਵਾਲੇ ਨੇ, ਸਾਰ ਸ੍ਰੇਸ਼ਟ ਉੱਤਮ ਮੱਤ ਵਾਲੇ ਨੇ। ਗੁਰਮੁਖ ਜਿਨੀ ਜਾਣਿਆ ਤੇ ਕੀਚੈ ਸਾਬਾਸ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦਾ ਅਨੁਸਾਰੀ ਹੋ ਕੇ ਇਸ ਗੱਲ ਨੂੰ ਜਾਣ ਲਿਆ, ਸਮਝ ਲਿਆ, ਉਹਨਾਂ ਨੂੰ ਸਾਬਾਸ ਹੈ। ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਸੱਚੇ ਨਾਲ ਹੀ ਮਿਲ ਗਏ, ਕਿਉਂਕਿ ਉਹਨਾਂ ਅੰਦਰ ਉਹ ਸੱਚੇ ਦੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਪ੍ਰਕਾਸ਼ ਹੋਣ ਲੱਗ ਪਏ। ਉਸ ਮਾਲਕ ਦੇ ਗੁਣ ਉਹਨਾਂ ਵਿੱਚੋਂ ਨਜ਼ਰ ਆਉਣ ਲੱਗ ਪਏ। ਉਹ ਦਿਆਲੂ ਹੋ ਗਏ, ਕਿਰਪਾਲੂ ਹੋ ਗਏ, ਮਿੱਠ ਬੋਲੜੇ ਹੋ ਗਏ, ਅਵਗੁਣ ਨਹੀਂ ਚਿਤਾਰਦੇ, ਬਖਸ਼ਿੰਦ ਹੋ ਗਏ, ਨਿਰਭਉ ਹੋ ਗਏ, ਨਿਰਵੈਰ ਹੋ ਗਏ। ਨਾਨਕ ਨਾਮ ਸੰਤੋਖੀਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਨਾਮ ਦੁਆਰਾ, ਨਾਮ ਨਾਲ ਜੁੜ ਕੇ ਉਹ ਸੰਤੋਖੀ ਹੋ ਗਏ, ਅੰਦਰੋਂ ਰੱਜ ਗਏ। ਸਹੀ ਮਾਇਨੇ ਵਿੱਚ ਜੀਓ ਪਿੰਡ ਪ੍ਰਭ ਪਾਸ। ਉਹਨਾਂ ਦਾ ਜੀਓ ਇਹ ਜੀਵਾਤਮਾ, ਇਹ ਪਿੰਡ ਸਰੀਰ ਸਾਰਾ ਹੀ ਆਪਣਾ ਪ੍ਰਭੂ ਪਾਸ ਰੱਖ ਦਿੱਤਾ। ਭਾਵ ਆਪਣੀ ਮੈਂ ਹੀ ਕੱਢ ਦਿੱਤੀ ਅੰਦਰੋਂ, ਉਹ ਹੀ ਉਸ ਮਾਲਕ ਨੂੰ ਮਿਲ ਸਕੇ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ। ਮਿਲ ਵੇਲਾ ਹੈ ਇਹ, ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, ਜਬ ਲਗ ਜੋਬਨ ਸਾਸ ਹੈ। ਤਬ ਲਗ ਇਹ ਤਨ ਦੇ, ਤਬ ਲਗ ਇਹ ਤਨ ਦੇ। ਬਿਨ ਗੁਣ ਕਾਮ ਨ ਆਵਈ, ਬਿਨ ਗੁਣ ਕਾਮ ਨ ਆਵਈ। ਢਹਿ ਢੇਰੀ ਤਨ ਖੇ, ਢਹਿ ਢੇਰੀ ਤਨ ਖੇ। ਮੇਰੇ ਮਨ, ਮੇਰੇ ਮਨ ਲੈ ਲਾਹਾ ਕਰ ਜਾਏ, ਲੈ ਲਾਹਾ ਕਰ ਜਾਏ। ਗੁਰਮੁਖ ਨਾਮ ਸਲਾਹੀਐ, ਗੁਰਮੁਖ ਨਾਮ ਸਲਾਹੀਐ। ਹਉਮੈ ਨਿਵਰੀ ਭਾਹੇ, ਹਉਮੈ ਨਿਵਰੀ ਭਾਹੇ। ਰਹਾਉ ਰਹਾਉ। ਸੁਣ ਸੁਣ ਗੰਢਣ ਗੰਢੀਐ, ਸੁਣ ਸੁਣ ਗੰਢਣ ਗੰਢੀਐ। ਲਿਖ ਪੜ ਗੁਜੈ ਭਾਰ, ਲਿਖ ਪੜ ਗੁਜੈ ਭਾਰ। ਕ੍ਰਿਸ਼ਨ ਐਨਸ ਅਗਲੀ, ਕ੍ਰਿਸ਼ਨ ਐਨਸ ਅਗਲੀ। ਹਉਮੈ ਰੋਗ ਵਿਕਾਰ, ਹਉਮੈ ਰੋਗ ਵਿਕਾਰ। ਓ ਬੇਪਰਵਾਹ ਅਤੋਲਵਾ, ਓ ਬੇਪਰਵਾਹ ਅਤੋਲਵਾ। ਗੁਰਮਤ ਕੀਮਤ ਸਾਰ, ਗੁਰਮਤਿ ਕੀਮਤ ਸਾਰ। ਲਖ ਸਿਆਣਪ ਜੇ ਕਰੀ, ਲਖ ਸਿਆਣਪ ਜੇ ਕਰੀ। ਲਖ ਸਿਉ ਪ੍ਰੀਤ ਮਿਲਾਪ, ਲਖ ਸਿਉ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਧਰਾਪੀਆਂ, ਬਿਨ ਸੰਗਤ ਸਾਧਨਾ ਧਰਾਪੀਆਂ। ਬਿਨ ਨਾਮੈ ਦੁਖ
ਸੰਤਾਪ ਬਿਨ ਨਾਮੈ ਦੁਖ ਸੰਤਾਪ ਹਰ ਜਪ ਜੀਅਰੇ ਛੁਟੀਐ ਹਰ ਜਪ ਜੀਅਰੇ ਛੁਟੀਐ ਗੁਰਮੁਖ ਚੀਨੈ ਆਪ ਗੁਰਮਤਿ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਮਨ ਦੀਆ ਸਿਰ ਨਾਲ ਤੇਰੇ ਭਵਨ ਖੋਜ ਟੰਡੋਲਿਆ ਭਾਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਗੁਰਮਤਿ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹੱਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਬੜੇ ਹੀ ਵਧੀਆ ਢੰਗ ਨਾਲ ਮਨ ਨੂੰ ਸੰਬੋਧਨ ਹੋ ਕੇ ਸੁਣ ਮਨ ਮਿੱਤਰ ਪਿਆਰਿਆ, ਐ ਮਿੱਤਰਾ ਐ ਮਨਾ ਸੁਣ ਮਿਲ, ਵੇਲਾ ਹੈ ਇਹ ਮਿਲਣ ਦਾ ਵੇਲਾ ਸਮਾਂ ਤੇਰੇ ਕੋਲੇ ਇਹੋ ਹੀ ਹੈ। ਭਾਵ ਮਨੁੱਖਾ ਜਨਮ, ਇਹ ਮਨੁੱਖਾ ਜਨਮ ਇਹ ਤੇਰੇ ਕੋਲੇ ਸਮਾਂ ਹੈ, ਥੋੜਾ ਸਮਾਂ ਹੈ। ਇਸ ਸਮੇਂ ਵਿੱਚ ਤੂੰ ਉਸ ਮਾਲਕ ਨੂੰ ਮਿਲ ਸਕਦਾ ਹੈ। ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ, ਜਦ ਤੱਕ ਜਵਾਨੀ ਹੈ ਤਾਕਤ ਹੈ ਅੰਦਰ ਸਵਾਸ ਚੱਲਦੇ ਨੇ, ਤਬ ਲਗ ਇਹ ਤਨ ਦੇ, ਉਦੋਂ ਤੱਕ ਹੀ ਇਹ ਤਨ ਹੈ, ਇਹ ਦੇਹੀ ਹੈ ਜਿਹਦੇ ਨਾਲ ਤੂੰ ਮਾਨ ਕਰੀ ਬੈਠਾ ਨਾ। ਜਦ ਤੱਕ ਜਦੋਂ ਇਹ ਦੇਹੀ ਢਲ ਗਈ, ਜਦੋਂ ਇਹ ਸਵਾਸ ਮੁੱਕ ਗਏ, ਫਿਰ ਤੂੰ ਕਿੱਥੇ ਹੋਏਗਾ ਮਨਾ, ਤੂੰ ਕਿੱਥੇ ਹੋਏਗਾ? ਪ੍ਰਭੂ ਆਪਣੇ ਅੰਦਰ ਧਿਆਨ ਮਾਰ ਕਿ ਤੂੰ ਕਿੱਥੇ ਹੋਏਗਾ। ਕੋਈ ਉਹਨਾਂ ਚਿਰ ਤੂੰ ਮਾਨ ਕਰੀ ਜਾਣਾ ਇਹਦਾ, ਜਦੋਂ ਤੂੰ ਛੱਡ ਜਾਏਗਾ ਉਹਨੂੰ ਫਿਰ ਕਿੱਥੇ ਹੋਏਗਾ? मेरे राम हम बारक हर प्रभ के हैं ए आणे, हम बारक हर प्रभ के हैं ए आणे।